सतनाम श्री वाहिगुरु साहिब जी। अंत न पावत देव सवै मुन इंद्र महाशिव जोग करी। हुन वेद विरंच विचार रहयो हर जाप न छाड्यो एक खरी। मथुरा जन को प्रभ दीन दयाल है संगत सिट निहाल करी। रामदास गुरु जगतारन को गुरु जोत अर्जुन माहे धरी। जोत रूप हर आप गुरु नानक कहायो। ताते अंगद भयो तत् स्यों तत् मिलायो। अंगद कृपा धार अमर सतगुर थिर कियो। अमरदास अमृत छतर गुर रामै दियो। गुर रामदास दर्शन परस कह मथुरा अमृत बैण। मूरत पंच परमाण पुरख गुर अर्जन पिखो नैण। सतनाम श्री वाहिगुरु साहिब जी। धन धन आदि श्री गुरु ग्रंथ साहिब महाराज धनासरी। महला पंजवा। तुम दाते ठाकुर प्रतिपालक। नायक खसम हमारे। निमख निमख तुम ही प्रतिपालो। हम बारक तुमरे तारे। तुम दाते ठाकुर प्रतिपालक। नायक खसम हमारे। निमख निमख तुम ही प्रतिपालो। हम बारक तुमरे तारे। जेहबा एक कवन गुण कहिए। बेसुमार बेअंत स्वामी। तेरो अंतु न किन्ही लहिए रहाओ। कोट अपराध हमारे खंडहो। अनक विधि समझावहो। हम अज्ञान अलप मत थोरी। तुम आपन बिरुद रखावहो। तुमरी शरण तुम्हारी आशा। तुम ही सज्जन सहेले। राखो राखण हार दयाला। नानक घर के गोले। राखो राखण हार दयाला। नानक घर के गोले। वाहिगुरु जी का खालसा वाहिगुरु जी की फतेह। जुगो जुग अटल पतत पावन। करना निधान अंतरजामी भगत वत्सल। दीना बंधु लोक परलो दे रखक। कृपा दे खजाने। गुरता गद्दी ते सुभाए मान। दसां ही पातशाहियां दी आत्मक जोत।
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਹਰ ਰੋਜ਼ ਦੀ ਤਰ੍ਹਾਂ ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕਰਨ ਦੇ ਵਾਸਤੇ ਗੁਰਦੇਵ ਜੀ ਸੁੰਦਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਦੇ। ਵੱਡੇ ਭਾਗਾਂ ਵਾਲੇ ਉਹ ਗੁਰਮੁਖ, ਉਹ ਪ੍ਰਾਣੀ, ਉਹ ਰੂਹਾਂ ਜਿਨ੍ਹਾਂ ਦੇ ਅੰਦਰ ਹਰ ਵਕਤ ਤੜਪ ਬਣੀ ਰਹਿੰਦੀ ਹੈ, ਪਿਆਸ ਬਣੀ ਰਹਿੰਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚਣ ਦੀ, ਸਤਿਗੁਰਾਂ ਦੇ ਦਰਸ਼ਨਾਂ ਦਿਦਾਰਾਂ ਦੀ, ਰੱਬੀ ਬਾਣੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਇਹ ਬਹੁਤ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਦੋਂ ਇਹ ਜੀਵ ਅੰਦਰੋਂ ਤੜਪ ਪੈਦਾ ਹੋਵੇ ਤੇ ਫਿਰ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕਰਕੇ ਮਨ ਬਿਰਤੀ ਕੇਂਦਰਿਤ ਕਰਕੇ ਸਤਿਗੁਰਾਂ ਦੀ ਨਿੱਘੀ ਗੋਦ ਦੇ ਵਿੱਚ ਬੈਠ ਕੇ ਮਿਲੇ ਹੋਏ ਇਹ ਸਵਾਸ ਤੇ ਜੀਵਨ ਦਾ ਸਮਾਂ ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਬੰਦਗੀ ਭਗਤੀ ਦੇ ਵਾਸਤੇ ਸਫਲ ਕਰਕੇ ਆਪਣਾ ਲੋਕ ਪਰਲੋਕ ਸਵਾਰਦਾ ਹੈ। ਕਿਉਂਕਿ ਇਸ ਜੀਵ ਦਾ ਸੰਸਾਰ ਤੇ ਆਉਣਾ, ਇਸ ਨੂੰ ਮਨੁੱਖ ਜਾਮੇ ਦੀ ਪ੍ਰਾਪਤੀ ਹੋਣੀ, ਇੱਕੋ ਇੱਕ ਇਸ ਦਾ ਪ੍ਰਯੋਜਨ ਹੈ, ਇੱਕੋ ਇੱਕ ਸੁਭਾਅ ਹੈ ਕਿ ਜਨਮਾਂ ਜਨਮਾਂਤਰਾਂ ਤੋਂ ਇਹ ਆਪਣੇ ਮੂਲ ਤੋਂ ਅਕਾਲ ਪੁਰਖ ਪਰਮੇਸ਼ਰ ਰੂਪ ਧੁਰੇ ਤੋਂ ਸਰਬ ਸ਼ਕਤੀਮਾਨ ਤੋਂ ਆਪਣੀਆਂ ਚਤੁਰਾਈਆਂ ਕਰਕੇ, ਸਿਆਣਪਾ ਕਰਕੇ ਤੇ ਆਪਣੀ ਬੁੱਧੀ ਮਮਤਾ ਤੇ ਹੰਗਤਾ ਕਰਕੇ ਤੇ ਹਉਮੈ ਕਰਕੇ ਇਹ ਮੂਲ ਤੋਂ ਟੁੱਟਿਆ ਹੋਇਆ ਹੈ। 12 ਮਾਹਾਂ ਜੋ ਰਾਗ ਮਾਝ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ 12 ਮਾਹਾਂ ਦੀ ਬਾਣੀ ਦੀ ਆਰੰਭਤਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਮੁਖੋ ਕਿਰਪਾ ਕੀਤੀ। ਇਹ ਕਿਰਤ ਕਰਮ ਕੇ ਵਿਛੜੇ, ਕਿਸੇ ਦਾ ਦੋਸ਼ ਨਹੀਂ। ਇਸ ਜੀਵ ਦੀ ਆਪਣੀ ਚਤੁਰਾਈ ਹੈ, ਆਪਣੀ ਹੀ ਸਿਆਣਪ ਹੈ, ਆਪਣੀ ਹੀ ਚੰਚਲਤਾ ਹੈ, ਆਪਣੇ ਹੀ ਕੀਤੇ ਹੋਏ ਕਰਮ ਹਨ ਜੋ ਇਹ ਮੂਲ ਤੋਂ ਟੁੱਟਿਆ ਹੋਇਆ ਤੁਰਿਆ ਫਿਰਦਾ ਹੈ। ਇਹ ਆਪ ਸੰਗਤਾਂ ਜਾਣਦੀਆਂ ਵੀ ਜਿਹੜਾ ਫਲ, ਫੁੱਲ ਤੇ ਪੱਤਾ ਤੇ ਟਾਹਣੀ ਜੋ ਦਰਖਤ ਦੇ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਸਾਨੂੰ ਹਰੇ ਭਰੇ ਸਭ ਕੁਝ ਦਿਖਾਈ ਦਿੰਦੇ ਹੈ, ਤੇ ਮੂਲ ਜੋ ਦਰਖਤ ਦੀਆਂ ਜੜ੍ਹਾਂ ਨੂੰ ਮਿਲ ਰਿਹਾ ਸਭ ਕੁਝ ਫੁੱਲ ਫਲ ਤੇ ਪੱਤੇ ਨੂੰ ਮਿਲ ਰਿਹਾ ਹੈ। ਇੰਨਾ ਕੁ ਅੰਤਰ ਹੈ ਕਿ ਸਮੇਂ ਆਉਣ ਤੇ ਜਦੋਂ ਫਲ ਪੱਕ ਜਾਂਦਾ, ਫੁੱਲ ਆਪਣਾ ਰੂਪ ਬਦਲ ਕੇ ਫਲ ਦਾ ਰੂਪ ਲੈ ਲੈਂਦਾ, ਤੇ ਜਦੋਂ ਪੱਤਾ ਆਪਣੀ ਉਮਰ ਭੋਗ ਲੈਂਦਾ ਤੇ ਆਪਣੇ ਦਰਖਤ ਨਾਲੋਂ ਟੁੱਟ ਕੇ ਥੱਲੇ ਡਿੱਗ ਜਾਂਦਾ, ਫਿਰ ਨਵੀਆਂ ਕੁੰਬਲਾਂ ਆਉਂਦੀਆਂ। ਤੇ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜੋ ਧੁਰਾ ਹੈ ਸਾਰੀ ਸ੍ਰਿਸ਼ਟੀ ਦਾ, ਬਹੁਤ ਸੁੰਦਰ ਬਚਨ ਹਨ। ਕਿਉਂਕਿ ਜੋ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਬਖਸ਼ਿਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਰਾਗ ਧਨਾਸਰੀ 'ਚ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਤੇ 74 ਤੇ ਇਹ ਪਾਵਨ ਬਚਨ ਸੁਭਾਇਮਾਨ ਹੋ ਰਿਹਾ ਹੈ। ਸਮੁੱਚੇ ਹੁਕਮਨਾਮੇ ਦਾ ਜੋ ਕੇਂਦਰੀ ਭਾਵ ਹੈ, ਜੋ ਸਾਰ ਤੱਤ ਹੈ, ਜੋ ਨਿਚੋੜ ਹੈ,
ਕਿ ਇੱਕੋ ਇੱਕ ਪੂਰੀ ਸ੍ਰਿਸ਼ਟੀ ਦੇ ਵਿੱਚ ਦਾਤਾ ਹੈ ਜਿਸ ਨੂੰ ਅਸੀਂ ਦਾਤਾ ਕਹਿ ਸਕਦੇ ਹਾਂ। ਦੂਸਰਾ ਭਾਵੇਂ ਜਨਮ ਤੋਂ ਲੈ ਕੇ ਮੌਤ ਤੱਕ ਆਪਣੇ ਹੱਥੋਂ ਦਾਨ ਕਰੀ ਜਾਵੇ, ਪਰ ਅਸੀਂ ਉਸ ਨੂੰ ਦਾਤਾ ਨਹੀਂ ਆਖ ਸਕਦੇ, ਕਿਉਂਕਿ ਜੋ ਉਹ ਦਾਨ ਕਰ ਰਿਹਾ ਹੈ, ਵਸਤੂ ਜਾਂ ਪਦਾਰਥ ਪਰਜਾ ਨੂੰ ਦੇ ਰਿਹਾ ਹੈ, ਉਹਦੇ ਪਿੱਛੇ ਉਸ ਦੀ ਬਹੁਤ ਵੱਡੀ ਭਾਵਨਾ ਹੈ। ਦੇ ਮੰਗਹਿ ਸੈਸਾ, ਗੂਣਾ ਸੋਭ ਕਰੇ ਸੰਸਾਰ। ਵੀ ਸੋਭਾ ਦੇ ਵਾਸਤੇ ਵੀ ਮੈਂ ਇੰਨਾ ਦਾਨ ਕਰਾਂ ਅਤੇ ਮੇਰੇ ਦਾਨ ਲੈਣ ਵਾਲੇ ਇਹ ਮੇਰੀ ਸੋਭਾ ਕਰਨਗੇ। ਪਰ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਐਸਾ ਦਾਤਾ ਹੈ ਜਿਸ ਦੇ ਵਿੱਚ ਕੋਈ ਐਸਾ ਸਵਾਰਥ ਹੈ ਹੀ ਨਹੀਂ, ਐਸੀ ਭਾਵਨਾ ਹੈ ਹੀ ਨਹੀਂ ਕਿ ਉਸ ਅਕਾਲ ਪੁਰਖ ਪਰਮੇਸ਼ਰ ਦਾਤੇ ਦਾ ਦਾਤਾ ਦੇਣਾ ਇੱਕ ਸੁਭਾਅ ਹੈ। ਉਹ ਆਪਣੇ ਸੁਭਾਅ ਦੇ ਮੁਤਾਬਕ ਪੂਰੀ ਸ੍ਰਿਸ਼ਟੀ ਨੂੰ ਜੋ ਮੰਗ ਰਿਹਾ ਉਸ ਨੂੰ ਵੀ, ਜੋ ਨਹੀਂ ਮੰਗ ਰਿਹਾ ਉਸ ਨੂੰ ਵੀ। ਜੀਵ ਭਾਵੇਂ ਕੋਈ ਆਕਾਸ਼ 'ਤੇ ਹੈ, ਭਾਵੇਂ ਪਾਤਾਲ 'ਤੇ ਹੈ, ਭਾਵੇਂ ਮਹੀਅਲ ਹਵਾ ਦੇ ਵਿੱਚ ਹੈ, ਉਹ ਐਸਾ ਦਾਤਾ ਵੀ ਸਿਰ ਸਿਰ ਰਿਜਕ ਸੰਭਾਹੇ ਠਾਕਰ, ਕਾਹੇ ਮਨ ਪਉ ਕਰਿਆ। ਗੁਰਦੇਵ ਪਿਤਾ ਜੀ ਆਖਦੇ, ਜਿੱਥੇ ਜੀਵ ਨੂੰ ਪੈਦਾ ਕੀਤਾ ਉੱਥੇ ਹੀ ਉਸ ਦੀ ਰੋਜੀ ਦਿੱਤੀ। ਉਹ ਇਸ ਕਰਕੇ ਵੱਡਾ ਤੇ ਸਰਮੋਰ ਦਾਤਾ ਹੈ। ਜੇ ਜੀਵ ਮਾਤਾ ਦੇ ਕੁੱਖ ਦੇ ਵਿੱਚ ਹੈ ਤੇ ਉੱਥੇ ਵੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਉਸ ਦੀ ਪ੍ਰਤਪਾਲਨਾ ਕਰ ਰਿਹਾ। ਮਾਤਾ ਦੇ ਜ਼ਰੀਏ ਜੋ ਬੱਚਾ ਮਾਂ ਦੇ ਪੇਟ ਦੇ ਵਿੱਚ ਪਲ ਰਿਹਾ, ਉਸ ਨੂੰ ਪੂਰੀ ਖੁਰਾਕ ਅਤੇ ਪੂਰਾ ਤਾਪਮਾਨ, ਜੋ ਜੋ ਉਸ ਨੂੰ ਚਾਹੀਦਾ ਸਭ ਕੁਝ ਉਸ ਨੂੰ ਦੇ ਰਿਹਾ। ਉਹ ਕੌਣ ਦੇ ਰਿਹਾ ਕਿ ਮਾਤ ਗਰਭ ਮਹਿ ਆਪਨ ਸਿਮਰੰਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਦਾਤਾ ਹੀ ਹੈ ਜਿਹੜਾ ਇਸ ਜੀਵ ਨੂੰ ਜਿੱਥੇ ਪੈਦਾ ਕਰਦਾ ਉੱਥੇ ਹੀ ਉਸ ਦੀ ਰੋਜੀ ਉਸ ਨੂੰ ਦਿੰਦਾ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਕਿ ਏਕ ਬਗੀਚਾ ਪੇਟ ਕਨ ਕਰਿਆ। ਪਰਮਾਤਮਾ ਕੀ ਹੈ, ਪਰਮੇਸ਼ਰ ਕੀ ਹੈ, ਅਕਾਲ ਪੁਰਖ ਕੀ ਹੈ, ਉਹ ਸਰਵ ਸ਼ਕਤੀਮਾਨ ਕਿਵੇਂ ਹੈ, ਤੇ ਉਹ ਸਰਮੋਰ ਦਾਤਾ ਕਿਵੇਂ ਹੈ ਕਿ ਹੋਰ ਕੋਈ ਦਾਤਾ ਨਹੀਂ ਬਣ ਸਕਦਾ। ਤੇ ਮੈਂ ਬੇਨਤੀ ਕੀਤੀ ਵੀ ਜਦੋਂ ਤੋਂ ਇਹ ਜੀਵ ਹੋਸ਼ ਸੰਭਾਲੇ ਤੇ ਅਖੀਰਲੇ ਸਵਾਸਾਂ ਤੱਕ ਤੇ ਇਹ ਦਿਨ ਰਾਤ ਆਪਣੇ ਹੱਥੋਂ ਦਾਤਾਂ ਦੇਈ ਜਾਵੇ, ਵੰਡੀ ਜਾਵੇ, ਪਰ ਅੰਦਰ ਭਾਵਨਾ ਜ਼ਰੂਰ ਉਸ ਦੇ ਹੋਵੇਗੀ ਕਿ ਜੋ ਮੇਰੇ ਕੋਲੋਂ ਵਸਤੂਆਂ ਪਦਾਰਥ ਲੈ ਕੇ ਜਾ ਰਹੇ ਹੈ, ਬਾਹਰ ਮੇਰੀ ਮਹਿਮਾ ਵੀ ਕਰ ਰਹੇ ਆ, ਮੇਰੀ ਵਡਿਆਈ ਵੀ ਕਰ ਰਹੇ ਆ, ਮੇਰੀ ਸੋਭਾ ਵੀ ਕਰ ਰਹੇ ਆ, ਮੈਨੂੰ ਕੋਈ ਯਾਦ ਵੀ ਕਰ ਰਿਹਾ। ਇਹ ਕੈਸਾ ਦਾਤਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ, ਤੇ ਜਿਹੜਾ ਮੰਗਣ ਵਾਲੇ ਨੂੰ ਵੀ ਬਗੈਰ ਮੰਗਣ ਵਾਲਿਆਂ ਨੂੰ ਵੀ ਨਿਰੰਤਰ ਹਰ ਇੱਕ ਪਦਾਰਥ ਦੇ ਰਿਹਾ ਤੇ ਜਣਾਉਂਦਾ ਨਹੀਂ। ਪੂਰੀ ਜ਼ਿੰਦਗੀ ਦੇ ਵਿੱਚ ਕਦੀ ਵੀ ਪਰਮਾਤਮਾ ਨੇ ਕਿਸੇ ਵੀ ਰੂਪ ਦੇ ਵਿੱਚ ਆ ਕੇ ਜੀਵ ਨੂੰ ਹਲੂਣਿਆ ਨਹੀਂ ਹੋਵੇਗਾ ਕਿ ਮੈਂ ਤੇਰੀ ਰੋਜੀ ਦਾ ਪ੍ਰਬੰਧ ਕੀਤਾ, ਮੈਂ ਸਵਾਸ ਸਵਾਸ ਤੈਨੂੰ ਪ੍ਰਾਣ ਦੇ ਰਿਹਾ, ਤੇ ਮੈਂ ਤੈਨੂੰ ਐਨੀ ਉਮਰ ਦਿੱਤੀ, ਤੇ ਬਿੰਦ ਤੇ ਜਿਨ ਪਿੰਡ ਕੀਆ, ਇਹ ਸਰੀਰ ਤੈਨੂੰ ਬਣਾਇਆ, ਤੇ ਮਹਿਲ ਬਾੜੀਆਂ ਜ਼ਮੀਨ ਜਾਇਦਾਦ ਸਭ ਕੁਝ ਤੈਨੂੰ ਦਿੱਤਾ, ਕਦੇ ਨਹੀਂ ਆਖਿਆ। ਜੋ ਸੰਸਾਰੀ ਦਾਤਾ ਹੈ
ਉਹ ਤਾਂ ਦਿੰਦਾ ਬਾਅਦ ਦੇ ਵਿੱਚ ਹੈ, ਤੇ ਪਹਿਲਾਂ ਉਹਦੇ ਮਨ ਦੇ ਵਿੱਚ ਇਹ ਮਨਸ਼ਾ ਹੈ ਵੀ ਯਾਦ ਵੀ ਰੱਖੇਗਾ ਮੇਰੇ ਕੀਤੇ ਹੋਏ ਅਹਿਸਾਨ ਨੂੰ। ਜੋ ਮੈਂ ਇਹਦੀ ਮਦਦ ਕੀਤੀ, ਜੋ ਮੈਂ ਇਹਦੀ ਸਹਾਇਤਾ ਕੀਤੀ, ਨਹੀਂ ਤਾਂ ਆਪਾਂ ਚਿਤਾਰ ਦਿੰਦੇ ਹਾਂ ਵੀ ਤੂੰ ਤਾਂ ਵੱਡਾ ਅਕਿਰਤ ਘਨ ਹੈ। ਤੇਰੀ ਮੈਂ ਐਨੀ ਸਹਾਇਤਾ, ਐਨੀ ਮਦਦ ਕੀਤੀ, ਤੈਨੂੰ ਮੈਂ ਘਰ ਰੱਖਿਆ, ਤੂੰ ਭੁੱਲ ਗਿਆ। ਤੇਰੇ ਵਰਗਾ ਅਕਿਰਤ ਘਨ ਬੰਦਾ ਕੋਈ ਹੋ ਹੀ ਨਹੀਂ ਸਕਦਾ। ਤੇ ਐਸੇ ਦਾਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਕੇ ਏਕ ਬਗੀਚਾ ਪੇਟ ਕਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਏ ਪਦ ਨਿਰਵਾਨੀ। ਕਹਿੰਦੇ ਐਸਾ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ, ਜੋ ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਅੱਧੀ ਚੀਜ਼ ਨਹੀਂ ਪੈਦਾ ਹੋਈ, ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ। ਤੇ ਹਰ ਇੱਕ ਨੂੰ ਦਾਤਾਂ ਦੇਣ ਵਾਲਾ ਐਸਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ, ਜਿਸ ਦਾਤੇ ਦੀ ਗੱਲ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ 'ਚ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਨੀ ਕੀਤੀ। ਜਗਿਆਸੂ ਮੁਖ ਦੁਆਰਾ ਸਾਧਕ ਤੇ ਸਿੱਖ ਸੇਵਾਦਾਰ ਸੇਵਕ ਦੁਆਰਾ। ਵੀ ਜਦੋਂ ਹਿਰਦੇ ਦੀ ਡੰਗਾਈ ਚੋਂ ਜੀਵ ਹੱਥ ਜੋੜੇਗਾ ਨਾ ਕਿ ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਕੀਆ ਖੇਲ, ਵੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋਉ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੈ ਤੇ ਅਗਣਤ, ਤਿਨ ਕੋ ਮੋਹ ਪਿਆ ਮਨ ਮਦ ਕਾ। 84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ। ਮਨੁੱਖ ਦਾ ਪਰਿਵਾਰ ਤਾਂ ਬਹੁਤ ਛੋਟਾ ਜਿਹਾ, ਉਸ ਦੀ ਸਾਂਭ ਸੰਭਾਲ ਨੂੰ ਇਹ ਪੂਰੀ ਵਾਹ ਤੇ ਤਾਕਤ ਲਾ ਦਿੰਦਾ, ਫਿਰ ਵੀ ਪਰਿਵਾਰ ਖੁਸ਼ ਨਹੀਂ ਹੁੰਦਾ, ਨਾ ਪਰਿਵਾਰ ਵਾਲਾ ਖੁਦ ਖੁਸ਼ ਹੁੰਦਾ। ਹੇ ਅਕਾਲ ਪੁਰਖ ਪਰਮਾਤਮਾ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਸਰਬ ਸੁਖਾ ਬਣੇ ਤੇਰੇ ਓਲੇ, ਭ੍ਰਮ ਕੇ ਪਰਦੇ ਸਤਿਗੁਰ ਖੋਲੇ। ਭੁੱਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਹੇ ਅਕਾਲ ਪੁਰਖ ਪਰਮਾਤਮਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਕਿ ਐਸੀ ਬਖਸ਼ਿਸ਼, ਐਸੀ ਕਿਰਪਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਹਨ ਜੈਤਸਰੀ ਦੀ ਵਾਰ 'ਚ, ਕਿ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਐਡਾ ਵੱਡਾ ਦਾਤਾ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ। ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜਗੰਤਰ ਖਾਹੀ ਖਾਏ। ਹੁਣੇ ਨਹੀਂ, ਜਦੋਂ ਤੋਂ ਸ੍ਰਿਸ਼ਟੀ ਬਣਾਈ ਤੂੰ ਨਿਰੰਤਰ ਹਰ ਜੀਵ ਦੀ ਪ੍ਰਤਿਪਾਲਨਾ ਕਰ ਰਿਹਾ, ਤੇ ਉਸ ਦਾਤੇ ਦੀ ਪ੍ਰਾਪਤੀ ਵਾਸਤੇ, ਉਸ ਦਾਤੇ ਦਾ ਮਿਲਾਪ ਕਰਨ ਵਾਸਤੇ, ਉਸ ਦਾਤੇ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਵਾਸਤੇ ਤੇ ਬਹੁਤ ਸੁੰਦਰ ਪ੍ਰਮਾਣ ਦਿੰਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਪੌੜੀ ਜਿਉ ਮਛਲੀ ਬਿਨ ਪਾਣੀਐ, ਕਿਉ ਜੀਵਨ ਪਾਵੈ।
बूंद बिहूना चातर को क्यों कर तृप्तावै। नाद करंक है विद्या सन्मुख उठ धावै। भवर लोभी कुसुम बास का मिल आप बंधावै। त्यों संत जना हर प्रीत है देख दर्श अगावै। ऐस दाते दी प्राप्ति वास्ते इस जीव दे हिरदे च ऐनी क तड़फ चाहिदी है। फिर अकाल पुरख परमात्मा परमेश्वर की बख्शिश हो जाती है। फिर किरपा रहमत हो जाती है। तो इस पौड़ी का अलथा तर्जमा अर्थ ते व्याख्या करते हैं भाई गुरदास जी कुंजी बाणी दे विच। कहते सरल निवास जैसे मीन ना घटै रुच। दीप प्रकाश प्रीत घटे ना पतंग की। कुसुम सवास जैसे तृप्त न मध्यब को। ऊढ़ते आकाश आस घटे न बिहंग की। घटा घन घोर मोर चातरक हृदय उलास। नादवाद सुन रत घटे न करंग की। तैसे प्रै प्रेम रस रसक रसाल संत। घटत न तृष्णा परवल अंग अंग की। जिथे मच्छी का प्रमाण दिता, बबीहे का प्रमाण दिता, भौरे का प्रमाण दिता, हिरन का प्रमाण दिता। बे प्रेमिया ऐसे दाते दे प्रति जे तड़फ पैदा नहीं हुंदी, ऐसे दाते दी किरपा दा पात्र बनना चाहुंदा ते दाते दे चरनां तक पहुँचना चाहुंदा। परमेश्वर अकाल पुरख वाहेगुरु जी की प्राप्ति करना चाहुंदा। ते इन्हां पंछियां नूं देख, भावें मच्छी बोलदी नहीं, पर उस दा जीवन ते उस दी मौत सानू बहुत बड़ा ज्ञान दिंदी है कि मैं पानी तो बगैर जी नहीं सकती। जिहड़ा भौरा है वो फुੱਲ दी सुगंधी दा इन्ना क आशिक है कि जे उसनू कोसे तरह समझाया भी जावे बे सूरज चढ़िया कमल फुੱਲ खिड़िया तू सुगंधी वाते विच बैठ गया। सूरज ने जदों मिटना ते रात शुरू होनी, फुੱਲ ने बंद हो जाना, तेरी मौत विच हो जानी आ, तू उड़ जाई ध्यान दे नाल। पर वो भौरे दा सुभाਅ है, वो सुगंधी दे नाल इन्नी क प्रीत करदा, फुੱਲ दी खुशबू दे नाल अपनी मौत की परवाह नहीं करता। सूरज अथमदा, फुੱਲ बंद हुंदा ते भौरा विचे मर जांदा। उहदी प्रीति आ खुशबू दे नाल। कहंदे हिरन इस नूं पकड़न वास्ते शिकारी एक बर्तन कच्चा भांडा लैके घंडे हेड़े दी नाद दा ये आशिक है। जदों हिरन दे कन्नां दे विच घंडे हेड़े दा नाद वजदा ना, सुणदा, वो सीधा जिधरों आवाज़ आ रही है सीधा ही जाके अपना आप समर्पण कर दिंदा। उन्होंने अपने पकड़े जाण दी जां मौत की परवाह नहीं कि शिकारी ये आवाज़ कढ़ रहा, क्योंकि वह घंडे हेड़े नाद का आशिक आ, उहदी प्रीति है उस दे नाल। इसे तरह जेरे मोर है ते बबीहे है, मोर बबीहे बोलदे देख बदल काले। जदों कालियां घटा चढ़दियां ते बदल गरजदे आ ते किन्ना खुशी का इजहार करदे आ पंछी। साहिब श्री गुरु अर्जन देव महाराज जी बख्शिश करदे गुरबाणी दे विच ते गुरबाणी दी कुंजी बाणी भाई गुरदास जी की रचना दे राहीं भी तू इन्हां नूं देख के अपने अंदर झाती मार भी तेरी किन्नी क प्रीति है गुरबाणी दे नाल, सतगुरां दे दर्शनां ददारियां दे नाल, परमात्मा दे मिलण दी किन्नी क सिੱਖ है। तू उस परमात्मा नूं किन्ना क वड्डा दाता समझदा। वो जो सर्व शक्तिमान है, इस तो तेरा अंदाज़ा लग जावेगा। धन श्री गुरु अर्जन देव महाराज शहीदां दे सरताज, सबर संतोख दे सागर, शांति दे पुंज, ततियां लोहां ते बैठ करके भी एक रस रहन वाले, एडा बड़ा पैगाम संसार नूं देण वाले कि तेरा कीया
मीठा लागै, हर नाम पदार्थ नानक मांगै। शरीर दी थोड़ी जी आरवला ते उस थोड़ी जी आरवला दे विच ਐਡਾ ਵੱਡਾ ਕਾਰਜ ਕਰਕੇ ਗਏ ਸੰਸਾਰ ਦੇ ਭਲੇ ਦੇ ਵਾਸਤੇ। ਸਾਰੀ ਬਾਣੀ ਨੂੰ ਸੰਤਾਂ ਭਗਤਾਂ ਗੁਰਸਿੱਖਾਂ ਬ੍ਰਹਮ ਗਿਆਨੀਆਂ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਇੱਕ ਜਗ੍ਹਾ ਸੰਗ੍ਰਹਿ ਕਰਕੇ ਸੰਸਾਰ ਦੇ ਭਲੇ ਵਾਸਤੇ ਇਹ ਨਾਮ ਬਾਣੀ ਦਾ ਜਹਾਜ਼ ਤਿਆਰ ਕਰਕੇ ਹਰ ਇੱਕ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ ਕਿ ਭਾਈ ਜਿਸ ਦਾ ਵੀ ਦਿਲ ਕਰਦਾ, ਕੋਈ ਬੰਦਸ਼ ਨਹੀਂ, ਜਿਸ ਦਾ ਵੀ ਦਿਲ ਕਰਦਾ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕੋਈ ਗਾਵੈ ਕੋ ਸੁਣੈ, ਕੋ ਉਚਰ ਸੁਨਾਵੈ, ਜਨਮ ਜਨਮ ਕੀ ਮਲ ਉਤਰੈ, ਮਨ ਚੰਦਿਆ ਪਾਵੈ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ, ਕੋ ਦ੍ਰਿੜੈ, ਤਿਸ ਕਾ ਹੋਏ ਆਧਾਰ। ਇਹ ਜੋ ਗੁਰਬਾਣੀ ਹੈ ਨਾ, ਰੱਬ ਰੂਪ, ਗਰੀਬ ਨਵਾਜ਼ ਜੀ ਕਿਰਪਾ ਕਰ ਦੇਵੇ। ਜਿਸ ਦਾ ਦਿਲ ਕਰਦਾ ਮਨ ਚਿਤ ਕਰਕੇ ਪੜ੍ਹੇ, ਜਿਸ ਦਾ ਦਿਲ ਕਰਦਾ ਮਨ ਚਿਤ ਕਰਕੇ ਸੁਣੇ, ਜਿਸ ਦਾ ਦਿਲ ਚਿੱਤ ਕਰਦਾ ਇਸ ਦੀ ਵਿਆਖਿਆ ਵਿਚਾਰ ਕਰੇ, ਕਹਿੰਦੇ ਪਾਰ ਉਤਾਰਾ ਅਵਸ਼ ਹੈ। ਪਰਮਾਤਮਾ ਦਾ ਮਿਲਾਪ ਅਵਸ਼ ਹੈ। ਸ਼ਰਤ ਇੱਕੋ ਹੀ ਹੈ ਕਿ ਜੀਵਨ ਗੁਰਬਾਣੀ ਦੇ ਆਧਾਰ 'ਤੇ ਹੋਵੇ, ਜੀਵਨ ਗੁਰਬਾਣੀ ਦੇ ਮੁਤਾਬਕ ਹੋਵੇ। ਜੇ ਇਹ ਰਸਨਾ ਤੋਂ ਕਹੇ ਨਾ ਕਿ ਮੈਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਾਚਕ ਤੇ ਸਿੱਖ ਸੇਵਕ ਹਾਂ, ਤੇ ਫਿਰ ਉਸ ਦਾ ਜੀਵਨ ਦਿਖਣਾ ਚਾਹੀਦਾ ਕਿ ਵਾਕਿਆ ਹੀ ਇਸ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਹੈਰਾਨਗੀ ਇਸ ਚੀਜ਼ ਦੀ, ਸੰਸਾਰ ਦੇ ਵਿੱਚ ਵਿਚਰਦਿਆਂ ਦੇਖਦਿਆਂ ਇਹ ਸਮਝ ਆਉਂਦੀ ਹੈ ਵੀ ਜੇ ਇਹ ਮਨੁੱਖ ਮਾਤਾ ਨੂੰ ਮਾਤਾ ਜੀ ਆਖਦਾ, ਪਿਤਾ ਜੀ ਨੂੰ ਪਿਤਾ ਜੀ ਆਖਦਾ, ਆਪਣੀ ਭੈਣ ਭਰਾ ਨੂੰ ਭੈਣ ਭਰਾ, ਆਪਣੇ ਬੱਚਿਆਂ ਨੂੰ ਬੱਚਾ, ਤੇ ਆਪਣੀ ਪ੍ਰੋਪਰਟੀ ਨੂੰ ਪ੍ਰੋਪਰਟੀ, ਤੇ ਆਪਣੇ ਸਰੀਰ ਨੂੰ ਕਿ ਮੇਰਾ ਸਰੀਰ, ਉਹਦੇ ਵਿੱਚ ਕੋਈ ਦੁਬਿਧਾ ਨਹੀਂ ਕਰਦਾ, ਕੋਈ ਸ਼ੰਕਾ ਨਹੀਂ, ਕਿਉਂਕਿ ਇਸ ਨੇ ਰੋਮ ਰੋਮ ਕਰਕੇ ਮੰਨਿਆ ਕਿ ਮੇਰੀ ਇਹ ਮਾਤਾ ਹੈ, ਮੇਰਾ ਇਹ ਪਿਤਾ ਹੈ, ਮੇਰੇ ਇਹ ਬੱਚੇ ਹਨ, ਮੇਰਾ ਇਹ ਘਰ ਹੈ, ਮੇਰਾ ਇਹ ਸਰੀਰ ਹੈ, ਮੇਰੀ ਇਹ ਜ਼ਮੀਨ ਜਾਇਦਾਦ ਤੇ ਪ੍ਰਾਪਰਟੀ ਹੈ। ਬਸ ਇੱਕ ਹੀ ਜਗ੍ਹਾ 'ਤੇ ਇਹਦੇ ਮਨ 'ਚ ਆ ਕੇ ਦੁਬਿਧਾ ਬਣ ਜਾਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਰਸਨਾ ਤੋਂ ਕਹਿੰਦਾ ਤਾਂ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਪਰਮੇਸ਼ਰ ਨੂੰ ਰਸਨਾ ਤੋਂ ਕਹਿੰਦਾ ਤਾਂ ਹੈ ਕਿ ਸਾਰੇ ਜੀਵਾਂ ਦਾ ਪ੍ਰਤਪਾਲਣਹਾਰਾ ਅਕਾਲ ਪੁਰਖ ਪਰਮਾਤਮਾ ਰਸਨਾ ਤੋਂ ਕਹਿੰਦਾ ਜ਼ਰੂਰ ਹੈ, ਪਰ ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਰਿਸ਼ਤਿਆਂ ਦੇ ਪ੍ਰਤੀ ਇਹਨੂੰ ਪੂਰਨ ਭਰੋਸਾ ਰੋਮ ਰੋਮ ਕਰਕੇ ਮੰਨਦਾ, ਇਸ ਤਰ੍ਹਾਂ ਪਰਮਾਤਮਾ ਦੀ ਹੋਂਦ ਨੂੰ ਇਹ ਰੋਮ ਰੋਮ ਕਰਕੇ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਰੋਮ ਰੋਮ ਕਰਕੇ ਗੁਰੂ ਤੇ ਰੱਬ ਦਾ ਪਰਮਾਤਮਾ ਦਾ ਰੂਪ ਨਹੀਂ ਮੰਨਦਾ ਵੀ ਇਹ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਕਲਗੀਧਰ ਮਹਾਰਾਜ ਦੇ ਬਚਨ, तीन रूप है मोहे के, सुनो नंद चित लाए, निर्गुण सरगुण गुर शब्द कहो तोहे समझाए। बिल्कुल स्पष्ट बचन कीते कलगीधर दशमेश पिता जी ने कि हे नंद लाल, तीन रूप है साडे, एक तां निर्गुण स्वरूप है, रूप ना रेख ना रंग, किछ त्रै गुण ते प्रभ भिन्न।
चक्र चहन अर वर्ण जात अर पात निहन जय रूप रंग अर रेख भेक को कह न सकत कह अचल मूर्त अनभव प्रकाश अमतोज कहे जय कोट इंद्र इंद्रायण साहे साहान गणिजय तेरे भवन महीप सुर नर असुर नेत नेत वन तृण कहत तो सर्वनाम कथय कवन कर्म नाम वर्णत सुमत। एक ऐसा रूप है जो आदि पूर्ण मध्य पूर्ण अंत पूर्ण परमेश्वर है। एक ऐसा रूप है आदि सच जुगाद सच है भी सच नानक होसी भी सच। दूसरा रूप है गुरु नानक महाराज तो लैकर के गुरु गोबिंद सिंह महाराज जी तक। ते तीसरा रूप है गुर शब्द, सबसे ऊपर गुर शब्द विचार। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਪਹਿਲਾਂ ਅਸੀਂ ਇੱਥੇ ਹੀ ਅਟਕ ਜਾਣਾ, ਅੱਗੇ ਨਹੀਂ ਤੁਰ ਸਕਦੇ, ਕਿਉਂਕਿ ਅਸੀਂ ਆਪਣੇ ਵੀ ਦਾਤੇ ਖੁਦ ਹੀ ਬਣ ਕੇ ਬੈਠੇ ਹਾਂ। ਬੱਚੇ ਪਰਿਵਾਰ ਦੇ ਦਾਤੇ ਵੀ ਅਸੀਂ ਖੁਦ ਹੀ ਬਣ ਕੇ ਬੈਠੇ ਹਾਂ। ਇੱਥੇ ਤੱਕ ਕਿ ਸਮਾਜ ਦੇ ਵੀ ਦਾਤੇ ਖੁਦ ਹੀ ਬਣ ਕੇ ਬੈਠੇ ਆ। ਆਪਣੇ ਧਰਮ ਦੇ ਮਜ਼ਹਬ ਦੇ ਵੀ ਦਾਤੇ ਖੁਦ ਹੀ ਬਣ ਕੇ ਬੈਠੇ ਆ। ਜਦੋਂ ਇਹ ਜੀਵ ਦਾਤਾ ਖੁਦ ਬਣ ਗਿਆ, ਇਸ ਨੇ ਆਪਣੇ ਆਪ ਨੂੰ ਦਾਤਾ ਸਮਝ ਲਿਆ, ਫਿਰ ਜੋ ਹਕੀਕਤ ਦੇ ਵਿੱਚ ਦਾਤਾ ਹੈ ਉਸ ਦੀ ਪਹਿਚਾਣ ਨਹੀਂ ਹੋਵੇਗੀ, ਉਸ ਦਾ ਪਤਾ ਹੀ ਨਹੀਂ ਲੱਗੇਗਾ। ਜਦੋਂ ਖੁਦ ਮੰਨ ਲਿਆ, ਝੂਠੇ ਗੁਰੂ ਨੂੰ ਸੱਚਾ ਮੰਨ ਲਿਆ, ਦੰਭੀ ਪਖੰਡੀ ਕਰਮ ਕਾਂਢੀ ਦੁਰਾਚਾਰੀ ਨੂੰ ਅਸੀਂ ਸੱਚਾ ਗੁਰੂ ਮੰਨ ਲਿਆ, ਫਿਰ ਸੱਚੇ ਗੁਰੂ ਦੇ ਬਾਬਤ ਤਾਂ ਦੌੜੇ ਖਤਮ ਹੋ ਗਈ। ਸੱਚੇ ਗੁਰੂ ਦੀ ਪ੍ਰਾਪਤੀ ਦੇ ਵਾਸਤੇ ਫਿਰ ਤੜਫੇ ਖਤਮ ਹੋ ਗਈ। ਕੌਣ ਜਾਵੇਗਾ ਸੱਚੇ ਗੁਰੂ ਦੇ ਭਾਲ ਦੇ ਵਾਸਤੇ? ਕਿਹੜਾ ਜਾਵੇਗਾ ਪਰਮਾਤਮਾ ਪਰਮੇਸ਼ਰ ਦਾਤਾਰ ਦੇ ਪ੍ਰਾਪਤੀ ਦੇ ਵਾਸਤੇ? ਕਿਉਂਕਿ ਇਹ ਰੁਕ ਜਾਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਤੁਮ ਦਾਤੇ ਹੇ ਅਕਾਲ ਪੁਰਖ ਪਰਮਾਤਮਾ ਠਾਕੁਰ ਪ੍ਰਤਪਾਲਕ, ਕਿ ਸਭ ਤੋਂ ਵੱਡੇ ਹਰ ਇੱਕ ਜੀਵ ਜੰਤੂ ਦੇ ਪ੍ਰਤਪਾਲਣਹਾਰ ਅਕਾਲ ਪੁਰਖ ਪਰਮੇਸ਼ਰ ਨਾਇਕ ਖਸਮ ਹਮਾਰੇ। ਪੂਰੀ ਸ੍ਰਿਸ਼ਟੀ ਦੇ ਤੇ ਸਾਡੇ ਵੀ ਜੋ ਮਾਲਕ ਹਨ, ਏਕ ਪਿਤਾ ਏਕ ਸਕੇ ਹਮ ਬਾਰਕ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਤੇ ਹੁਣ ਫਰਜ਼ ਕੀ ਬਣਦਾ? ਕਿਰਪਾ ਮਹਾਰਾਜ ਜੀ ਇਹ ਕਰੋ, ਮੇਰੀ ਝੋਲੀ 'ਚ ਦਾਤ ਪਾਓ। ਜਗਿਆਸੂ ਮੁਖ ਦੁਆਰਾ ਬੇਨਤੀ ਕਿ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹੋ। ਆਪ ਪ੍ਰਤਪਾਲਣਾ ਤਾਂ ਸਵਾਸ ਸਵਾਸ ਕਰ ਹੀ ਰਹੇ ਹੋ ਕਿ ਮੈਂ ਮੰਨ ਜਾਵਾਂ, ਮੇਰੇ ਮੰਨਣ 'ਚ ਆ ਜਾਵੇ, ਮੇਰਾ ਵਿਸ਼ਵਾਸ ਬਣ ਜੇ, ਮੇਰਾ ਭਰੋਸਾ ਬਣ ਜਾਵੇ ਕਿ ਹਰ ਇੱਕ ਜੀਵ ਦੀ ਪ੍ਰਤਪਾਲਣਾ ਕਰਨ ਵਾਲਾ, ਹਰ ਸਵਾਸ ਦੇਣ ਵਾਲਾ ਇੱਕੋ ਇੱਕ ਉਹ ਦਾਤਾ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ। ਹਮ ਬਾਰਕ ਤੁਮਰੇ ਧਾਰੇ, ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ। ਕਿਉਂਕਿ ਮਾਤਾ ਬੱਚੀ ਤੇ ਬੱਚਿਆਂ ਨੂੰ ਜਦੋਂ ਜਨਮ ਦਿੰਦੀ ਹੈ ਤੇ ਮਾਤਾ ਪਿਤਾ ਕੀ ਆਖਦੇ ਹੈ ਕਿ ਇਹ ਮੇਰੇ ਬੱਚੇ ਹਨ, ਇਹ ਮੇਰੀ ਔਲਾਦ ਹੈ, ਇਹ ਮੇਰੇ ਬਾਰਕ ਹੈ। ਹੁਣ ਜਦੋਂ ਪੂਰੀ ਸ੍ਰਿਸ਼ਟੀ ਹੀ ਪਰਮਾਤਮਾ ਨੇ ਪੈਦਾ ਕੀਤੀ, ਫਿਰ ਪੂਰੀ ਸ੍ਰਿਸ਼ਟੀ ਪਰਮਾਤਮਾ ਦੀ ਔਲਾਦ ਹੋਈ ਨਾ। ब्रह्मा की, विष्णु की, शिव की, जो कुछ भी है, जदों परमात्मा ने सारी सृष्टि नूं बनाया, फिर इसदा मालिक ते पति माता पिता कौन होया? अकाल पुरख परमात्मा। महाराज जी ये किरपा करो, ये प्रतीत बन जाए, मेरे मन का भरोसा वज जाए, ये सारी सृष्टि ही आप जी की औलाद है। हुण एडा बड़ा पसारा करके महाराज जी ये किस तरह आप बंदोबस्त कर रहे हो? हर एक नूं
ਆਪਣੇ ਹੁਕਮ ਦੇ ਵਿੱਚ ਕਿਵੇਂ ਆਪ ਜੀ ਨੇ ਬੰਨ੍ਹ ਕੇ ਰੱਖਿਆ। ਹੁਣ ਕਿਹੜੇ ਕਿਹੜੇ ਗੁਣ ਹੈ ਅਕਾਲ ਪੁਰਖ ਪਰਮਾਤਮਾ ਤੇਰੇ ਇਸ ਜਿਹਵਾ ਤੋਂ ਵਰਣਨ ਕਰੀਏ, ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕਰ ਊਚ ਭਗਵਾਨਾ, ਜਿਹਵਾ ਏਕ। ਸਿਮਰਨ ਜੀਵ ਤੋਂ ਸ਼ੁਰੂ ਹੁੰਦਾ ਤੇ ਜਿਹੜਾ ਤੁਰਿਆ ਰਹੇ ਨਾ, ਸਾਰੀਆਂ ਇਹ ਜਿੰਨੇ ਸਰੀਰ ਦੇ ਅਰੋਮ ਹੈ ਨਾ, ਕਰਮ ਤੇ ਗਿਆਨ ਇੰਦਰੀਆਂ, ਇਹ ਸਭ ਸਿਮਰਨ ਕਰਨ ਲੱਗ ਪੈਂਦੀਆਂ। ਆਰੰਭਤਾ ਦੇ ਵਿੱਚ ਇੱਕ ਜਿਹਵਾ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਹੋਇਆ। ਅਗਰ ਸਿਮਰਨ ਨੇ ਅਭਿਆਸੀ ਸਾਧਕ ਨੇ ਯਾਤਰਾ ਸ਼ੁਰੂ ਰੱਖੀ ਤੇ ਰੋਮ ਰੋਮ ਜਿਹਵਾ ਬਣ ਜਾਂਦੀ ਹੈ ਕਿ ਇਹ ਤਰਾਹੇ ਪਤ ਪਵੜੀਆ, ਚੜ੍ਹਿਆ ਹੋਏ ਅਕੀਸ, ਇੱਕ ਦੂ ਜੀ ਭਉ ਲੱਖ ਹੋਏ, ਲੱਖ ਹੋਵੈ ਲੱਖ ਵੀਸ। ਇਹ ਕੇਵਲ ਸਿਮਰਨ ਵਾਸਤੇ ਸਾਰੇ ਰੋਮ ਜੀਵ ਨਹੀਂ ਬਣ ਜਾਂਦੇ। ਜਿਹੜੇ ਨਿੰਦਾ ਕਰਦੇ ਆ ਉਹਨਾਂ ਦੇ ਸਾਰੇ ਰੋਮ ਨਿੰਦਾ ਕਰਨ ਲੱਗ ਪੈਂਦੇ ਆ। ਜਿਹੜੇ ਬਰਿਆਈ ਸੋਚਦੇ ਆ, ਈਰਖਾ ਦੂਈ ਦਵੈਸ਼ ਰੱਖਦੇ ਆ, ਉਹਨਾਂ ਦਾ ਸਾਰੇ ਰੋਮ ਦੇ ਵਿੱਚੋਂ ਇਹ ਹਾਵ ਭਾਵ ਹਰ ਰੋਮ ਚੋਂ ਬੁਰੀਆਂ ਹੀ ਕਿਰਨਾਂ, ਬੁਰਾ ਹੀ ਹਾਵ ਭਾਵ ਉਹਨਾਂ ਦੀ ਬੋਡੀ ਚੋਂ ਪਸਰ ਰਿਹਾ ਆ। ਇਹ ਦੋਨੋਂ ਪੱਖ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਹੇ ਦਾਤਾਰ ਅਕਾਲ ਪੁਰਖ ਪਰਮਾਤਮਾ, ਕਿਹੜੇ ਕਿਹੜੇ ਗੁਣ ਵਰਣਨ ਕਰਾਂ ਇੱਕ ਜੀਵ ਦੇ ਨਾਲ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਅੱਜ ਤੱਕ ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਅੰਤ ਕਾਰਨ ਕੇਤੇ ਬਿਰ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਭਲਾ ਕਿਹਦੇ ਵਿੱਚ ਹੈ? ਮਹਾਰਾਜ ਤੂੰ ਬੇਅੰਤ ਹੈ। ਤੇਰਾ ਪਾਰਾਵਾਰ ਇਹ ਜੀਵ ਨਹੀਂ ਪਾ ਸਕਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਭੂਤ ਭਵਿੱਖ ਵਰਤਮਾਨ, ਤਿੰਨਾਂ ਕਾਲਾਂ ਦੇ ਵਿੱਚ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ ਤੇ ਨਾ ਕੋਈ ਪਾ ਸਕੇਗਾ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਕਰਦੇ ਕਿਰਪਾ। ਕੋਟ ਪਰਾਧ ਹਮਾਰੇ ਖੰਡਹੋ, ਅਨਕ ਵਿਧੀ ਸਮਝਾਵਹੋ। ਮਹਾਰਾਜ ਜੀ ਜਿਸ ਤਰ੍ਹਾਂ ਆਪ ਜੀ ਨੇ ਕਿਰਪਾ ਕੀਤੀ, ਗੁਰੂ ਨਾਨਕ ਰੂਪ ਦੇ ਵਿੱਚ ਆ ਕੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਆਪ ਜੀ ਨੇ ਗੁਰੂ ਅੰਗਦ ਦੇ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦੇ ਰੂਪ 'ਚ ਇਹ ਸੰਸਾਰੀ ਜੀਵਾਂ ਨੂੰ ਇਹ ਰਸਤਾ ਸੇਵਾ ਅਤੇ ਸਿਮਰਨ ਦਾ ਤੇ ਉਪਦੇਸ਼ ਬਾਣੀ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਮੇਰੇ ਜਨਮਾਂ ਜਨਮਾਤਰਾਂ ਦੇ ਜਿਹੜੇ ਕਰੋੜਾਂ ਪਾਪ ਹੈ, ਮਹਾਰਾਜ ਜੀ ਬਖਸ਼ ਲੋ, ਇਹ ਕਿਰਪਾ ਕਰ ਦਿਓ। ਕਿਉਂਕਿ ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਮਹਾਰਾਜ ਜੀ ਆਪ ਜੀ ਦਾ ਬਿਰਧ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਸੰਦਾ। ਮੇਰੀ ਤਾਂ ਬੁੱਧੀ ਛਿਨ ਮਾਤਰ ਇਹ ਕੋਈ ਸਿਫਤ ਸਲਾਹ ਵਡਿਆਈ ਕਰ ਹੀ ਨਹੀਂ ਸਕਦੀ। ਆਪ ਜੀ ਆਪਣੇ ਬਿਰਧ ਦਾ ਧਿਆਨ ਰੱਖ ਕੇ ਮੇਰੇ ਤੇ ਕਿਰਪਾ ਕਰ ਦਿਓ। ਕਿਉਂਕਿ ਤੁਮਰੀ ਸਰਨ ਤੁਮਾਰੀ ਆਸਾ, ਤੇਰੀ ਸਰਨ ਤੇਰੇ ਚਰਨਾਂ 'ਚ ਆਇਆ, ਤੇਰੀ ਆਸ ਲੈ ਕੇ। ਇਹ ਕਿਰਪਾ ਕਰ ਦਿਓ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਤੁਮ ਹੀ ਸੱਜਣ ਸਹੇਲੇ, ਲੋਕ ਅਤੇ ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲੇ ਇਸ ਜੀਵ ਦੀ ਪਰਮਾਤਮਾ ਆਪ ਹੀ ਦਾਤੇ ਹੋ। ਦੂਸਰਾ ਕੋਈ ਨਹੀਂ ਹੈ ਜੋ ਲੋਕ ਪਰਲੋਕ ਦੇ ਵਿੱਚ ਇਸ ਜੀਵ ਦੀ ਸਹਾਇਤਾ ਕਰ ਸਕੇ। ਇਸ ਕਰਕੇ ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਗੋਲੇ ਸ਼ਬਦ ਅਰਬੀ 'ਚੋਂ ਆਇਆ। ਗੋਲਾ ਉਸ ਦਾ ਨਾਮ ਹੈ ਜੋ ਮੁੱਲ ਖਰੀਦਿਆ ਹੋਵੇ, ਨੌਕਰ ਸੇਵਕ। ਮਹਾਰਾਜ ਜੀ ਆਪ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ। ਮੈਂ ਆਪ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਆਪ ਜੀ ਬਖਸ਼ਿਸ਼ ਕਿਰਪਾ ਰਹਿਮਤ ਕਰਕੇ ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਆਪਣੇ ਸੇਵਕ ਕੀ ਆਪੇ ਰਾਖੇ,
ਆਪੇ ਨਾਮ ਜਪਾਵੈ। ਹੋਈਆਂ ਗਲਤੀਆਂ ਦੀ ਖਿਮਾ ਤੁਮਰੀ ਸਰਣ, ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ। ਹੁਣ ਸਰਨ ਤਾਂ ਬਹੁਤ ਹੈ, ਇੱਕ ਰਾਜੇ ਦੀ ਸਰਨ ਹੈ, ਤੇ ਉੱਥੇ ਜਾ ਕੇ ਜਿਹੜੀ ਪਰਜਾ ਹੱਥ ਜੋੜਦੀ, ਬੜੀਆਂ ਵਡਿਆਈਆਂ ਉਸ ਰਾਜੇ ਦੀ ਉਹ ਪਰਜਾ ਕਰਦੀ, ਉਹਦੇ ਵਿੱਚ ਬਹੁਤ ਵੱਡਾ ਸੁਆਰਥ ਹੈ ਕੁਝ ਮਿਲਣ ਦਾ। ਜੋ ਪ੍ਰਭੂ ਦੀ ਸਰਨ ਹੈ, ਪ੍ਰਭੂ ਦੇ ਚਰਨ ਹੈ, ਇਹ ਸਤਿਗੁਰਾਂ ਦੇ ਬਚਨ ਹਨ ਕਿ ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਹੁਣ ਕੋਈ ਐਸਾ ਦਰ ਨਹੀਂ, ਕੋਈ ਐਸੀ ਸਰਨ ਨਹੀਂ ਤੇ ਜਿੱਥੇ ਜਾਣ ਕਰਕੇ ਸਾਰੇ ਦੁੱਖਾਂ ਦਾ ਨਾਸ ਹੋ ਜਾਵੇ। ਇੱਕ ਘਾਹ ਖੋਤਣ ਵਾਲਾ ਘਾਈ ਆਗਰੇ ਦੀ ਧਰਤੀ ਤੇ ਉਸ ਨੂੰ ਪਤਾ ਲੱਗਾ ਤੇ ਪਹੁੰਚਿਆ, ਤੇ ਸ਼ਾਹੀ ਠਾਠ ਤੇ ਪੂਰਾ ਜਾਹੋ ਜਲਾਲ ਤੇ ਕਲਗੀ ਵੀ ਸਿਰ ਤੇ ਲੱਗੀ ਹੈ, ਸਿਪਾਹੀ ਪਹਿਰੇਦਾਰ ਸੇਵਾਦਾਰ ਵੀ ਖੜੋਤੇ ਹੈ, ਕੱਪੜੇ ਵੀ ਬਹੁਤ ਵਧੀਆ ਹੀਰੇ ਲਾਲ ਜਵਾਹਰ ਦੀ ਜਿਹੜੀ ਜੜਤ ਹੈ ਉਸ ਜੜਤ ਵਾਲੇ ਪਾਏ ਹੋਏ ਹੈ। ਤੇ ਜਦੋਂ ਪਹੁੰਚਿਆ ਘਾਈ ਤੇ ਟਕਾ ਰੱਖਿਆ, ਤੇ ਜਦੋਂ ਰਸਨਾ ਤੋਂ ਕੁਝ ਬੋਲਿਆ ਤੇ ਉਸ ਨੇ ਸਮਝਿਆ ਵੀ ਗੁਰੂ ਨਾਨਕ ਮਹਾਰਾਜ ਦੇ ਸਰੂਪ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ, ਜਿਨ੍ਹਾਂ ਦੇ ਚਰਨ ਪਰਸਨ ਦੇ ਨਾਲ ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਭਾਈ ਭਗੀਰਥ ਵਾਂਗੂ ਜਦੋਂ ਮੋਖ ਮੁਕਤੀ ਮੰਗੀ ਤੇ ਕਾਲੀ ਮਾਤਾ ਦਾ ਮੂੰਹ ਉੱਡ ਗਿਆ ਵੇ, ਇਸਨੇ ਕੀ ਮੰਗ ਲਿਆ। ਹੁਣ ਜਹਾਂਗੀਰ ਦੇ ਕੋਲ ਇੱਕ ਟਕਾ ਰੱਖ ਕੇ ਜਦੋਂ ਘਾਈ ਨੇ ਮੰਗ ਰੱਖੀ, ਉਹ ਕਹਿੰਦਾ ਵੀ ਕੋਈ ਦੁਨਿਆਵੀ ਪਦਾਰਥ, ਕੋਈ ਅਹੁਦਾ, ਕੋਈ ਘਰ, ਕੋਈ ਜ਼ਮੀਨ ਜਾਇਦਾਦ, ਵੀ ਉਹ ਤਾਂ ਮੈਂ ਸਭ ਕੁਝ ਦੇ ਸਕਦਾ, ਪਰ ਤੂੰ ਇੱਕ ਇਹ ਨਵੀਂ ਕੀ ਅੱਜ ਮੰਗ ਰੱਖਤੀ ਤੇ ਮੈਂ ਤਾਂ ਕਿਸੇ ਕੋਲੋਂ ਸੁਣਿਆ ਹੀ ਨਹੀਂ ਵੀ ਜੀਵਨ ਮੁਕਤੀ ਵੀ ਦਿੱਤੀ ਜਾ ਸਕਦੀ ਹੈ। ਤੇ ਫਿਰ ਉਸ ਨੂੰ ਪਤਾ ਲੱਗ ਗਿਆ ਵੀ ਇਹ ਸੱਚਾ ਪਾਤਸ਼ਾਹ ਨਹੀਂ ਹੈ, ਇਹ ਤਾਂ 4 ਕੁ ਦਿਨ ਦਾ ਇਹ ਇਸ ਤਖਤ ਤੇ ਬੈਠ ਕੇ ਬਣ ਗਿਆ ਆਪਣੇ ਆਪ ਨੂੰ ਮਾਲਕ, ਪਰ ਸੱਚਾ ਮਾਲਕ ਇਹ ਹੈ ਨਹੀਂ। ਫਿਰ ਉਸ ਦਾ ਜਿਗਰਾ ਦੇਖੋ ਕਿ ਉਸ ਨੇ ਜੋ ਟਕਾ ਰੱਖਿਆ ਸੀ ਵਾਪਸ ਉਠਾ ਲਿਆ। ਜਦੋਂ ਵਾਪਸ ਚੱਕ ਲਿਆ, ਜਦੋਂ ਵੀ ਸੱਚੇ ਗੁਰੂ ਦੇ ਕੋਲ ਪਹੁੰਚਿਆ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਤੁਮਰੀ ਸਰਨ ਤੁਮਾਰੀ ਆਸਾ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰ ਬੋਲੇ ਮੁਕਤ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨੇਚਰ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ 6ਵੇਂ ਪਾਤਸ਼ਾਹ ਜੀ ਦੇ ਮਤਲਕ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਇਹ ਪੂਰਾ ਸੰਸਾਰ ਨੂੰ ਦੱਸਿਆ ਵੀ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੱਕ ਸ਼ਬਦ ਰੂਪੀ ਖੰਡੇ ਦੇ ਨਾਲ ਇਹ ਜ਼ੁਲਮ ਅਤੇ ਜ਼ਾਲਮਾਂ ਦਾ ਨਾਸ ਕੀਤਾ ਜਾਵੇਗਾ। ਤੇ ਕੇਵਲ 2 ਸਰੂਪਾਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਤੇ 10ਵੇਂ ਜਾਮੇ 'ਚ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਭਾਵ 4 ਸਰਗੁਣ ਸਰੂਪ 'ਚ ਅਕਾਲ ਪੁਰਖ ਪਰਮੇਸ਼ਰ ਇਹ ਸਰਗੁਣ ਸਰੂਪ ਧਾਰ ਕੇ ਆਵੇਗਾ ਤੇ 8 ਸਰੀਰਾਂ ਦੇ ਵਿੱਚ ਸ਼ਬਦ ਰੂਪੀ ਖੰਡੇ ਦੇ ਨਾਲ
ਇਸ ਸਾਰੀ ਸ੍ਰਿਸ਼ਟੀ ਪੂਰੀ ਕਾਇਨਾਤ ਜ਼ੁਲਮ ਅਤੇ ਜ਼ਾਲਮਾਂ ਦਾ ਨਾਸ ਕੀਤਾ ਤੇ ਦੋ ਸਰੂਪਾਂ 'ਚ ਪ੍ਰਤੱਖ ਮੈਦਾਨੇ ਜੰਗ 'ਚ ਖੰਡਾ ਖੜਕਾਇਆ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਤਲਕ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਇਹ ਗੁਰਬਾਣੀ ਦੀ ਕੁੰਜੀ ਬਾਣੀ ਦੇ ਬੋਲ ਮਹਿਮਾ ਵਡਿਆਈ ਸਿਫਤ ਕਰਨੀ ਕੀਤੀ ਤੇ ਉਹ ਘਾਹ ਖੋਤਣ ਵਾਲਾ ਜਿਸ ਨੂੰ ਇਤਨਾ ਵੱਡਾ ਗਿਆਨ ਹੋ ਗਿਆ ਵੀ ਕੋਈ ਧਨ ਨਹੀਂ ਮੰਗਿਆ, ਕੋਈ ਸੋਨਾ ਚਾਂਦੀ ਹੀਰੇ ਲਾਲ ਜਵਾਹਰ ਮਾਣਕ, ਕੋਈ ਨੌਕਰੀ ਨਹੀਂ ਮੰਗੀ ਰਾਜੇ ਦੇ ਕੋਲੋਂ, ਕਿਉਂਕਿ ਪਤਾ ਨਹੀਂ ਸੀ, ਭੁਲੇਖਾ ਪਿਆ, ਸਿਰਫ ਸੁਣਿਆ ਸੀ ਕੰਨਾਂ ਦੇ ਨਾਲ ਕਿ ਸੱਚਾ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੋਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਧਰਤੀ ਨੂੰ ਉਹਨਾਂ ਨੇ ਪਵਿੱਤਰ ਕੀਤਾ। ਤੇ ਜਦੋਂ ਜਹਾਂਗੀਰ ਨੇ ਇਹ ਗੱਲ ਆਖੀ ਵੀ ਇਹ ਤਾਂ ਮੇਰੇ ਕੋਲ ਨਹੀਂ, ਤੇ ਫਿਰ ਦੱਸਣਾ ਕੀਤਾ ਵੀ ਉਹਨਾਂ ਦਾ ਤੰਬੂ ਤੇ ਉਹਨਾਂ ਦਾ ਆਸਣ ਅੱਗੇ ਜਾ ਕੇ ਹੈ। ਘਾਈ ਜਦੋਂ ਪਹੁੰਚਿਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰੋ ਨਦਰੀ ਨਦਰ ਨਿਹਾਲ ਕਰ ਦਿੱਤਾ, ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਿਹਦੇ ਦਰਸ਼ਨ ਦਿਦਾਰਾਂ ਕੀਤਿਆਂ ਹੀ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ ਪ੍ਰਭ ਕੀ ਸਰਨ, ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਕਿਉਂਕਿ ਸੱਚੇ ਗੁਰੂ ਦੀ ਕਿਰਪਾ ਤੇ ਰਹਿਮਤ ਦੀ ਨਿਸ਼ਾਨੀ ਕੀ ਹੈ ਕਿ ਗੁਰਸਿੱਖ ਦਾ ਹਿਰਦਾ ਸ਼ਰਧਾ ਭਾਵਨਾ ਦੇ ਨਾਲ ਭਰ ਜਾਂਦਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਤੁਮਰੇ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, हे ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਹੋ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਜੋ ਆਰੰਭਤਾ ਹੈ ਜਗਿਆਸੂ ਗੁਰਸਿੱਖ ਦੀ, ਸਤਿਗੁਰੂ ਜੀ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਕਿਉਂ ਤੜਪ ਕਿਉਂ ਪੈਦਾ ਹੋਈ? ਲਾਹੌਰ ਤੋਂ ਜੋ ਚਿੱਠੀ ਲਿਖੀ ਪਹਿਲੀ, ਫਿਰ ਸਵਾਲ ਉੱਠਦਾ ਵੀ ਦਰਸ਼ਨਾਂ ਤੋਂ ਬਗੈਰ ਤੇ ਕੀ ਅਨੁਭਵ ਹੋ ਰਿਹਾ ਤੇ ਕਿਉਂ ਦਰਸ਼ਨਾਂ ਦੀ ਤਾਂਘ ਹੈ। ਫਿਰ ਅਗਲੀ ਚਿੱਠੀ ਦੀ ਆਰੰਭਤਾ ਦੇ ਵਿੱਚ ਲਿਖਿਆ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਤੁਮਰੇ ਸਰਨ ਤੁਮਾਰੀ ਆਸਾ। ਜਦੋਂ ਫਿਰ ਵੀ ਸਤਿਗੁਰਾਂ ਦਾ ਹੁਕਮ ਨਾ ਆਇਆ, ਕੋਈ ਸੁਨੇਹਾ ਨਾ ਪਹੁੰਚਿਆ, ਫਿਰ ਰੋਮ ਰੋਮ 'ਚ ਤੜਪ ਪੈਦਾ ਹੋ ਗਈ। ਫਿਰ ਹੈ ਅਕਾਲ ਪੁਰਖ ਪਰਮਾਤਮਾ ਸਰੂਪ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ। ਤੜਫ ਦੇ ਪ੍ਰਤੀ ਗੁਰੂ ਅਰਜਨ ਦੇਵ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਜੈਸਰੀ ਦੀ ਵਾਰ ਦੀ ਪੌੜੀ ਮੈਂ ਆਪ ਜੀ ਦੇ ਸਨਮੁਖ ਰੱਖੀ, ਤੇ ਜਿਹਦੇ ਵਿੱਚ ਉਹਨਾਂ ਪੰਛੀਆਂ ਦੇ ਨਾਮ ਲੈ ਕਰਕੇ ਫਿਰ ਦੱਸਣਾ ਕੀਤਾ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇੱਕੋ ਇੱਕ ਹੈ ਅਕਾਲ ਪੁਰਖ ਪਰਮਾਤਮਾ ਮਿੱਤਰ, ਜਿਸ ਜੀਵ ਦਾ ਬਣ ਜਾਵੇ ਤੇ ਰੱਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ ਮਹਾਰਾਜ ਜੀ ਸਰਨ ਆਇਆ ਦੀ ਲਾਜ ਰੱਖ ਲਓ, ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ, ਮੇਰੇ ਔਗਣਾਂ ਨੂੰ ਨਾ ਚਿਤਾਰੋ ਤੇ ਆਪਣਾ ਬਿਰਧ ਸੰਭਾਲ ਕੇ ਤੇ ਮੇਰੇ ਤੇ ਬਖਸ਼ਿਸ਼ ਕਰ ਦਿਓ। ਸੋ ਅਕਾਲ ਪੁਰਖ ਪਰਮਾਤਮਾ ਗੁਰਮੁਖ ਪਿਆਰਿਓ ਕਰਨ ਕਿਰਪਾ। ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ
ਜੋ ਸਾਨੂੰ ਗੁਰੂ ਦੀ ਨਿੱਘੀ ਗੋਚ ਬੈਠਣ ਦਾ ਸਮਾਂ, ਪ੍ਰਤੱਖ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ 'ਚ ਦਰਸ਼ਨ ਦਿਦਾਰੇ, ਰੱਬੀ ਬਾਣੀ ਦਾ ਜਾਪ ਕੀਰਤਨ ਵਿਆਖਿਆ ਸਰਵਣ ਕਰਨ ਨੂੰ ਇਹ ਗੁਰਮੁਖ ਪਿਆਰਿਓ ਆਪਣੇ ਜੀਵਨ ਕਾਲ ਦੇ ਵਿੱਚ ਪ੍ਰਾਪਤ ਹੁੰਦਾ। ਇਹ ਤੋਂ ਵੱਡੇ ਭਾਗ ਹੋਰ ਕਿਸੇ ਦੇ ਹੋ ਨਹੀਂ ਸਕਦੇ। ਹੋਈਆਂ ਗਲਤੀਆਂ ਦੀ ਖਿਮਾ ਤੁਮ ਹੀ ਸਰਨ, ਤੁਮਾਰੀ ਆਸਾ ਤੁਮ ਹੀ ਸਜਣ ਸਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।